ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਤੁਹਾਡਾ ਕੋਈ ਸਵਾਲ ਹੈ ਸਾਨੂੰ ਨੀਚੇ ਕਮੈਂਟ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕਮੈਂਟਸ ਨੂੰ ਦੇਖਦੇ ਹੋਏ ਉਹਨਾਂ ਦੇ ਰਿਪਲਾਈ ਵੀ ਨਾਲ ਦੀ ਨਾਲ ਕੀਤੇ ਜਾਣ। ਸੋ ਅੱਜ ਅਸੀਂ ਖਾਸ ਤੌਰ ਤੇ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ਾ ਵਾਲਿਆਂ ਦੇ ਬਾਰੇ ਤਾਂ ਗੱਲ ਕਰਾਂਗੇ। ਨਾਲ ਦੀ ਨਾਲ ਸਭ ਤੋਂ ਇੰਪੋਰਟੈਂਟ ਜਿਹੜਾ ਮੁੱਦਾ ਹੈਗਾ ਸੁਪਰ ਵੀਜ਼ਾ ਵਾਲੇ, ਬਹੁਤ ਸਾਰੀਆਂ ਇਸ ਵਕਤ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ, ਅਪਲਾਈ ਕਰਨ ਨੂੰ ਲੈ ਕੇ ਪ੍ਰੋਬਲਮਸ ਆ ਰਹੀਆਂ ਨੇ। ਕਿਸੇ ਨੇ ਐਕਸਟੈਂਡ ਕਰਨਾ ਹੈ ਜਾਂ ਸਟੇ ਵਧਾਉਣੀ ਹੈ, ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਇਹ ਵੀ ਬਹੁਤ ਸਾਰੇ ਸਵਾਲ ਸਾਨੂੰ ਆਉਂਦੇ ਨੇ ਕਿ ਕੀ ਸੁਪਰ ਵੀਜ਼ਾ ਇਨਸਾਈਡ ਕੈਨੇਡਾ ਵੀ ਇਸ ਨੂੰ ਅਪਲਾਈ ਕੀਤਾ ਜਾ ਸਕਦਾ ਜਾਂ ਇਸ ਨੂੰ ਐਕਸਟੈਂਸ਼ਨ ਲਈ ਮਤਲਬ ਕੀਤਾ ਜਾ ਸਕਦਾ ਹੈ। ਸੋ ਬਹੁਤ ਸਾਰੇ ਤੁਹਾਡੇ ਸਵਾਲ ਨੇ ਜਿਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸੋ ਸੁਪਰ ਵੀਜ਼ਾ ਹੋਵੇ ਚਾਹੇ ਵਿਜ਼ਟਰ ਵੀਜ਼ਾ ਹੋਵੇ, ਅੱਜ ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਕੀ ਰਿਕੁਆਇਰਮੈਂਟਸ ਨੇ, ਰਿਫਿਊਜ਼ਲ ਜੇਕਰ ਆ ਰਹੀ ਹੈ ਤਾਂ ਕਿਉਂ ਆ ਰਹੀ ਹੈ, ਤੇ ਇਸ ਤੋਂ ਇਲਾਵਾ ਤੁਹਾਨੂੰ ਕਿਸ ਤਰੀਕੇ ਨਾਲ ਤੁਸੀਂ ਆਪਣੇ ਕੇਸ ਨੂੰ ਜਿਹੜਾ ਪ੍ਰੈਜ਼ੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਕੋਈ ਸਵਾਲ ਹੈਗਾ ਤਾਂ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬਬਲਦੀਪ ਕੌਰ ਜੀ। ਸਵਾਗਤ ਹੈ ਮੈਮ। ਹਮਦਰਦ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਬਲਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਸ ਠੀਕ ਠਾਕ ਜੀ, ਤੁਸੀਂ ਦੱਸੋ। ਸੋ ਕੋਵਿਡ ਦੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਕਿ ਕੋਵਿਡ ਦੇ ਕਰਕੇ ਐਪਲੀਕੇਸ਼ਨਸ ਬਹੁਤ ਜ਼ਿਆਦਾ ਇਸ ਵਕਤ ਡਿਲੇ ਚੱਲ ਰਿਹਾ, ਪ੍ਰੋਸੈਸ ਡਿਲੇ ਚੱਲ ਰਿਹਾ। ਸੋ ਸਭ ਤੋਂ ਵੱਧ ਇਸ ਵਕਤ ਜਿਹੜੇ ਪੇਰੈਂਟਸ ਇੱਥੇ ਪਹੁੰਚੇ ਹੋਏ ਨੇ ਸੁਪਰ ਵੀਜ਼ਾ ਦੇ ਉੱਤੇ, ਉਹਨਾਂ ਨੂੰ ਬਹੁਤ ਜ਼ਿਆਦਾ ਦਿਮਾਗ ਦੇ ਵਿੱਚ ਚੱਲ ਰਿਹਾ ਕਿ ਸਭ ਤੋਂ ਪਹਿਲਾ ਪ੍ਰਸ਼ਨ ਹੀ ਸਾਨੂੰ ਹਮੇਸ਼ਾ ਇਹ ਹੁੰਦਾ ਕਿ ਅਸੀਂ ਸੁਪਰ ਵੀਜ਼ਾ ਲਗਾਇਆ ਸੀ, ਅੱਗੇ ਐਕਸਟੈਂਸ਼ਨ ਪਾਉਣੀ ਸੀ, ਕਿ ਅਸੀਂ ਇਨਸਾਈਡ ਕੈਨੇਡਾ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦੇ ਹਾਂ ਜਾਂ ਸਾਨੂੰ ਆਊਟ ਆਫ ਕੈਨੇਡਾ ਹੀ ਕਰਨਾ ਪਏਗਾ। ਬਿਲਕੁਲ, ਸੁਪਰ ਵੀਜ਼ਾ ਦਾ ਬੇਸਿਕਲੀ ਹੈਗਾ ਕਿ ਅਗਰ ਤੁਸੀਂ ਆਲਰੇਡੀ ਇਨਸਾਈਡ ਕੈਨੇਡਾ ਹੈਗੇ ਹੋ, ਤੁਹਾਡੇ ਕੋਲ ਸੁਪਰ ਵੀਜ਼ਾ ਹੈਗਾ, ਤੁਸੀਂ ਐਕਸਟੈਂਸ਼ਨ ਅਪਲਾਈ ਕਰ ਸਕਦੇ ਹੋ, ਤੁਹਾਨੂੰ 2 ਸਾਲ ਹੋਰ ਐਕਸਟੈਂਸ਼ਨ ਮਿਲ ਜਾਏਗੀ। ਬਟ ਅਗਰ ਤੁਸੀਂ ਵਿਜ਼ਿਟਰ ਵੀਜ਼ਾ ਤੇ ਹੈਗੇ ਹੋ ਤੇ ਉਸ ਟਾਈਮ ਕਈ ਵਾਰ ਪੁੱਛਿਆ ਜਾਂਦਾ ਕਿ ਅਸੀਂ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਾਂ ਕੈਨੇਡਾ 'ਚ ਰਹਿੰਦੇ ਹੋਏ। ਸੋ ਕੈਨੇਡਾ 'ਚ ਰਹਿੰਦੇ ਹੋਏ ਤੁਸੀਂ ਸੁਪਰ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਹੈਗੇ, ਜਸਟ ਤੁਹਾਨੂੰ ਐਕਸਟੈਂਸ਼ਨ ਮਿਲੇਗੀ ਉਸਦੀ। ਸੋ ਐਕਸਟੈਂਸ਼ਨ ਹੋ ਸਕਦਾ ਡਿਪੈਂਡਿੰਗ, ਤੁਹਾਨੂੰ ਸਾਲ ਦੀ ਮਿਲ ਜਾਵੇ ਜਾਂ ਉਸ ਤੋਂ ਬਾਅਦ ਥੋੜੇ ਟਾਈਮ ਦੀ ਮਿਲ ਸਕਦੀ ਹੈ, ਬਟ ਉਹ ਜਸਟ ਇੱਕ ਐਕਸਟੈਂਸ਼ਨ ਹੀ ਕੰਸੀਡਰ ਹੋਏਗੀ। ਸੋ ਉਸ ਤੋਂ ਬਾਅਦ ਅਗਰ ਤੁਸੀਂ ਵਾਪਸ ਆਪਣੀ ਕੰਟਰੀ ਜਾਂਦੇ ਹੋ ਤੇ ਦੁਬਾਰਾ ਕੰਟਰੀ ਇਨ ਕਰਦੇ ਹੋ, ਕੈਨੇਡਾ 'ਚ ਵਾਪਸ ਆਉਂਦੇ ਹੋ, ਤਾਂ ਤੁਹਾਨੂੰ ਜਿਹੜਾ ਦੁਬਾਰਾ ਸਟੇ ਆ ਵਿਜ਼ਿਟਰ ਵੀਜ਼ਾ ਦੇ ਅਕੋਰਡਿੰਗ 6 ਮੰਥਸ ਦਾ ਹੀ ਮਿਲੇਗਾ। ਸੋ ਇਹਨੂੰ ਆਪਾਂ ਕਨਵਰਟ ਨਹੀਂ ਕਰ ਸਕਦੇ। ਸੋ ਕਈ ਕਹਿੰਦੇ ਨੇ ਕਿ ਸਾਡਾ ਵਿਜ਼ਿਟਰ ਟੂ ਸੁਪਰ ਵੀਜ਼ਾ ਕਨਵਰਟ ਹੋ ਗਿਆ ਜਾਂ ਹੋ ਸਕਦਾ, ਸੋ ਉਹ ਕਨਵਰਟ ਨਹੀਂ ਹੁੰਦਾ, ਜਸਟ ਐਕਸਟੈਂਸ਼ਨ ਹੁੰਦੀ ਹੈ ਇਨਸਾਈਡ ਕੈਨੇਡਾ ਦੇ ਲਈ ਜੀ। ਸੋ ਤੁਸੀਂ ਕਿਹਾ ਕਿ ਜਸਟ ਐਕਸਟੈਂਸ਼ਨ ਹੁੰਦੀ ਹੈ। ਵੈਸੇ ਜਦੋਂ ਸੁਪਰ ਵੀਜ਼ਾ ਦੀ ਗੱਲ ਆਉਂਦੀ ਆ, ਸੁਪਰ ਵੀਜ਼ਾ ਬਾਰੇ ਪੇਰੈਂਟਸ ਹਰ ਕੋਈ ਸੋਚਦਾ ਕਿ ਆਪਣੇ ਜਦੋਂ ਹਜੇ ਤੱਕ ਚਲੋ ਲੋਟਰੀ ਨਾਮ ਨਹੀਂ ਆ ਰਿਹਾ ਤਾਂ ਸੁਪਰ ਵੀਜ਼ਾ ਲਈ ਅਪਲਾਈ ਕੀਤਾ ਜਾਵੇ। ਇਹਦੇ ਲਈ ਜੇ ਰਿਕੁਆਇਰਮੈਂਟਸ ਦੀ ਗੱਲ ਕੀਤੀ ਜਾਵੇ, ਕਿੰਨਾ ਕਿ ਇਹ ਜੇ ਮੈਂ ਸਕਸੈਸ ਰੇਸ਼ੋ ਦੱਸਾਂ ਤਾਂ ਕਿੰਨੀ ਕੁ ਹੋ ਸਕਦੀ ਹੈ ਇਸ ਦੇ ਬਾਰੇ ਵਿੱਚ, ਤੇ ਕਿਸ ਤਰੀਕੇ ਨਾਲ ਅਪਲਾਈ ਕੀਤਾ ਜਾ ਸਕਦਾ? ਐਸ ਕੰਪੇਅਰ ਟੂ ਵਿਜ਼ਟਰ ਵੀਜ਼ਾ ਨੋ ਡਾਊਟ ਜਿਹੜਾ ਸਕਸੈਸ ਰੇਟ ਹੈਗਾ ਸੁਪਰ ਵੀਜ਼ਾ ਦਾ ਬੈਟਰ ਹੈਗਾ ਆ। ਸੋ ਰਿਕੁਆਇਰਮੈਂਟਸ ਦੇ ਵਿੱਚ ਇਹ ਆਉਂਦਾ ਹੈ ਕਿ ਅਗਰ ਤੁਸੀਂ ਪੇਰੈਂਟਸ ਗ੍ਰੈਂਡ ਪੇਰੈਂਟਸ ਹੈਗੇ ਹੋ ਐਂਡ ਤੁਹਾਡੇ ਬੱਚੇ ਕੈਨੇਡਾ ਦੇ ਵਿੱਚ ਜਿਹੜੀ ਇਨਕਮ ਹੈਗੀ ਆ, ਜਿਹੜੀ ਲੋ ਇਨਕਮ ਕਟ ਆਫ ਦੇ ਹਿਸਾਬ ਨਾਲ ਮੀਟ ਕਰ ਰਹੇ ਨੇ, ਤਾਂ ਤੁਸੀਂ ਸੁਪਰ ਵੀਜ਼ਾ ਅੰਡਰ ਅਪਲਾਈ ਕਰ ਸਕਦੇ ਹੋ। ਤੁਹਾਨੂੰ ਇਨਵੀਟੇਸ਼ਨ ਲੈਟਰ ਤੁਹਾਡੇ ਬੱਚੇ ਭੇਜਦੇ ਨੇ ਤੇ ਉਹ ਮੇਨ ਰਿਕੁਆਇਰਮੈਂਟ ਹੁੰਦੀ ਹੈ, ਜਿਹਦੇ ਵਿੱਚ ਅੰਡਰਟੇਕਿੰਗ ਲੈਂਦੇ ਨੇ ਕਿ ਅਸੀਂ ਉਹਨਾਂ ਦੀ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ, ਫਾਈਨੈਂਸ਼ੀਅਲੀ ਸਪੋਰਟ ਕਰਾਂਗੇ। ਤੇ ਉਸ ਤੋਂ ਇਲਾਵਾ ਇੰਸ਼ੋਰੈਂਸ 1 ਸਾਲ ਦੀ 100,000 ਜਿਹੜਾ ਕਵਰੇਜ ਹੁੰਦਾ ਉਹ ਹੁੰਦੀ ਹੈ। ਤੇ ਜਿਹੜੀ ਇੰਸ਼ੋਰੈਂਸ ਹੈਗੀ ਇਹਦੀ ਕੋਟੇਸ਼ਨ ਨਹੀਂ ਤੁਸੀਂ ਐਡ ਕਰਨੀ। ਕਈ ਵਾਰ ਕੀ ਹੁੰਦਾ ਹੈ, ਕੁਝ ਕਲਾਇੰਟਸ ਪੁੱਛਦੇ ਨੇ ਕਿ ਅਸੀਂ ਜਸਟ ਕੋਟੇਸ਼ਨ ਲਗਾ ਸਕਦੇ ਹੈਗੇ ਕਿ ਅਸੀਂ ਜਿਹੜੀ ਪੇਮੈਂਟ ਆ ਬਾਅਦ ਦੇ ਵਿੱਚ ਕਰ ਦਾਂਗੇ ਜਦੋਂ ਪੇਰੈਂਟਸ ਇੱਥੇ ਆਉਣਗੇ। ਸੋ ਨਹੀਂ, ਉਹ ਜਿਹੜੀ ਇੰਸ਼ੋਰੈਂਸ ਹੈਗੀ ਥੋੜੀ ਫੁੱਲੀ ਪੇਡ ਹੋਣੀ ਚਾਹੀਦੀ ਆ। ਤੇ ਜਿਹੜੀ ਕੋਟੇਸ਼ਨ ਦੇ ਅਗਰ ਬੇਸ ਤੇ ਆਪਾਂ ਲਗਾਉਂਦੇ ਹਾਂ ਤਾਂ ਐਪਲੀਕੇਸ਼ਨ ਜਿਹੜੀ ਹੈਗੀ ਕੰਸੀਡਰ ਨਹੀਂ ਹੁੰਦੀ ਹੈਗੀ। ਸੋ ਆ ਜਿਹੜੀ ਮੇਨ ਰਿਕੁਆਇਰਮੈਂਟਸ ਇਹ ਹੈਗੀਆਂ ਨੇ ਸੁਪਰ ਵੀਜ਼ੇ ਨੇ। ਸੋ ਇਨਕਮ, ਤੁਹਾਡੀ ਇੰਸ਼ੋਰੈਂਸ, ਤੇ ਤੁਸੀਂ ਅਗਰ ਪੇਰੈਂਟਸ ਗ੍ਰੈਂਡ ਪੇਰੈਂਟਸ ਹੈਗੇ ਹੋ ਤਾਂ ਤੁਸੀਂ ਐਲੀਜੀਬਲ ਹੈਗੇ ਹੋ, ਅਪਲਾਈ ਕਰ ਸਕਦੇ ਹੋ। ਸੋ ਜਿਵੇਂ ਤੁਸੀਂ ਇਹਦੀ ਰਿਕੁਆਇਰਮੈਂਟਸ ਦੀ ਗੱਲ ਕੀਤੀ ਆ, ਜਦੋਂ ਸੁਪਰ ਵੀਜ਼ਾ ਦੀ ਗੱਲ ਆਉਂਦੀ ਹੈ ਕਿ ਆਪਣੇ ਦੋਵੇਂ ਪੇਰੈਂਟਸ ਦਾ ਇਕੱਠਾ ਅਪਲਾਈ ਕੀਤਾ ਜਾ ਸਕਦਾ ਹੈ ਕਿ ਇੱਕ ਇੱਕ ਕਰਕੇ ਕਰਨਾ ਪੈਣਾ, ਕਿ ਪਹਿਲਾਂ ਮਦਰ ਨੂੰ ਕਰ ਦਿੱਤਾ ਉਸ ਤੋਂ ਬਾਅਦ ਫਾਦਰ ਨੂੰ ਬੁਲਾ ਲਿਆ, ਦੋਵਾਂ ਨੂੰ ਇਕੱਠਿਆਂ ਨੂੰ ਕਰ ਸਕਦੇ ਆ ਅਪਲਾਈ? ਦੇਖੋ ਸਜੈਸਟਡ ਤਾਂ ਇਹੀ ਹੁੰਦਾ ਕਿ ਅਗਰ ਤੁਹਾਡੀ ਇਨਕਮ ਦੋਨਾਂ ਦੇ ਲਈ ਮੀਟ ਹੁੰਦੀ ਹੈ ਤਾਂ ਤੁਸੀਂ ਦੋਨਾਂ ਦਾ ਹੀ ਅਪਲਾਈ ਕਰੋ। ਬਟ ਕੁਝ ਕੇਸਿਸ ਦੇ ਵਿੱਚ ਤੁਸੀਂ ਪਹਿਲਾਂ ਪੇਰੈਂਟਸ ਦਾ ਲਾਈਕ ਇੱਕ ਸਿੰਗਲ ਪੇਰੈਂਟ ਦਾ ਅਪਲਾਈ ਕਰ ਸਕਦੇ ਹੋ। ਸੋ ਡੈਫੀਨੇਟਲੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਿੰਗਲ ਪੇਰੈਂਟ ਦਾ ਜਾਂ ਆਪਾਂ ਦੋਨੋਂ ਪੇਰੈਂਟਸ ਦੀ ਐਪਲੀਕੇਸ਼ਨ ਲਗਾਉਣੀ ਹੈ, ਡਿਪੈਂਡ ਕਰਦਾ ਤੁਹਾਡੀ ਇਨਕਮ ਦੇ ਉੱਪਰ ਤੇ ਇਸ ਤੋਂ ਇਲਾਵਾ ਤੁਸੀਂ ਕੀ ਡਾਕੂਮੈਂਟੇਸ਼ਨ ਆਪਣੀ ਐਪਲੀਕੇਸ਼ਨ ਨਾਲ ਪ੍ਰੋਵਾਈਡ ਕਰ ਰਹੇ ਹੋ। ਉਹ ਸਾਰੀਆਂ ਚੀਜ਼ਾਂ ਜਿਹੜਾ ਵੀਜ਼ਾ ਆਫਿਸਰ ਆ ਉਹ ਦੇਖਦਾ ਤੇ ਅਕੋਰਡਿੰਗਲੀ ਤੁਹਾਡੀ ਐਪਲੀਕੇਸ਼ਨ ਦਾ ਡਿਸੀਜਨ ਲਿਆ ਜਾਂਦਾ ਹੈ। ਅੱਜ ਕੱਲ੍ਹ ਇਹ ਵੀ ਸੁਣਨ ਨੂੰ ਆ ਰਿਹਾ ਕਿ ਸੁਪਰ ਵੀਜ਼ਾ ਦੇ ਵਿੱਚ ਵੀ ਕੁਝ ਰਿਫਿਊਜ਼ਲਸ ਦੇਖਣ ਨੂੰ ਮਿਲੀਆਂ ਨੇ, ਇਹਦਾ ਕੀ ਰੀਜ਼ਨ ਹੋਇਆ? ਬਿਲਕੁਲ, ਸੋ ਸੁਪਰ ਵੀਜ਼ਾ ਨੂੰ ਜਿੱਥੇ ਪਹਿਲੇ ਕਿਹਾ ਜਾਂਦਾ ਸੀ ਕਿ ਇਟਸ 100% ਸਕਸੈਸ ਰੇਟ ਹੈਗਾ, ਅੱਜ ਦੀ ਡੇਟ ਉੱਥੇ ਵੀ ਕੁਝ ਰਿਫਿਊਜ਼ਲਸ ਦੇਖਣ ਨੂੰ ਮਿਲਦੀਆਂ ਨੇ। ਸੋ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਪਾਂਸਰ ਦੀਆਂ
ਕੀ ਰਿਕੁਆਇਰਮੈਂਟਸ ਹੁੰਦੀਆਂ ਨੇ। ਸੋ ਉਸੇ ਤਰ੍ਹਾਂ ਅੱਜ ਦੀ ਡੇਟ ਜਿਹੜੀ ਐਪਲੀਕੈਂਟ ਦੀਆਂ ਰਿਕੁਆਇਰਮੈਂਟਸ ਨੇ ਉਹਨੂੰ ਵੀ ਕੰਸੀਡਰ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਬੈਕ ਹੋਮ ਦੇ ਨਾਲ ਕੀ ਫੈਮਿਲੀ ਟਾਈਜ਼ ਹੈਗੇ ਨੇ, ਇਨਕਮ ਕਿਸ ਤਰ੍ਹਾਂ ਦੀ ਹੈਗੀ ਆ ਉਹਨਾਂ ਦੀ, ਤੇ ਪਲੱਸ ਅਗਰ ਉਹ ਵਾਪਸ ਜਾਣਗੇ ਕਿ ਨਹੀਂ ਜਾਣਗੇ, ਉਹਨਾਂ ਦੀ ਇੰਟੈਂਸ਼ਨਸ ਹੈਗੀਆਂ ਨੇ ਵਾਪਸ ਜਾਣ ਦੀਆਂ ਕਿ ਨਹੀਂ। ਸੋ ਅਗਰ ਇਹ ਚੀਜ਼ਾਂ ਨੂੰ ਮੀਟ ਕਰਦੇ ਨੇ ਦੈਨ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਅਪਰੂਵ ਕੀਤੀ ਜਾਂਦੀ ਹੈ। ਅਦਰਵਾਈਜ਼ ਕਿਤੇ ਨਾ ਕਿਤੇ ਆਬਜੈਕਸ਼ਨ ਰੇਜ਼ ਕਰ ਦਿੱਤਾ ਜਾਂਦਾ ਹੈ ਕਿ ਫੰਡਸ ਦਾ ਤੁਹਾਡੇ ਫੰਡਸ ਨਹੀਂ ਸੀਗੇ। ਸੋ ਇਹਦਾ ਇੱਕ ਰੀਜ਼ਨ ਇਹ ਵੀ ਹੈਗਾ ਲਾਈਕ ਜਦੋਂ ਆਪਾਂ GCMS ਨੋਟਸ ਅਪਲਾਈ ਕਰਦੇ ਹਾਂ ਸੋ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਥਰੂ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਪ੍ਰੋਸੈਸ ਹੋ ਰਹੀਆਂ ਨੇ। ਸੋ ਮੋਸਟ ਆਫ ਦਾ ਐਪਲੀਕੇਸ਼ਨਸ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਥਰੂ ਪ੍ਰੋਸੈਸ ਹੋ ਰਹੀਆਂ ਨੇ ਤੇ ਕਈ ਵਾਰ ਰਿਜੈਕਸ਼ਨ ਉਸਦੇ ਕਰਕੇ ਆ ਜਾਂਦੀ ਹੈ ਜਦਕਿ ਕੁਝ ਪਾਰਟਿਕੂਲਰ ਰੀਜ਼ਨਸ ਗਿਵਨ ਵੀ ਨਹੀਂ ਹੁੰਦਾ GCMS ਨੋਟ ਦੇ ਵਿੱਚ। ਸੋ ਅੱਜ ਦੀ ਡੇਟ ਕਿਤੇ ਨਾ ਕਿਤੇ ਐਪਲੀਕੇਸ਼ਨਸ ਨੂੰ ਪ੍ਰੋਪਰ ਕੰਪਲੀਟ ਅਗਰ ਆਪਾਂ ਸੈਂਡ ਕਰਦੇ ਹਾਂ ਤਾਂ ਹੀ ਐਪਲੀਕੇਸ਼ਨਸ ਅਪਰੂਵ ਹੋ ਰਹੀਆਂ ਨੇ ਸੁਪਰ ਵੀਜ਼ਾ ਦੀਆਂ। ਕਿੰਨਾ ਕੁ ਸਮਾਂ ਲੱਗ ਰਿਹਾ ਇਸ ਦੇ ਵਿੱਚ? ਪ੍ਰੋਸੈਸਿੰਗ ਟਾਈਮ ਜੋ ਹੈ ਉਹ 4 to 5 ਮੰਥਸ ਦਾ ਚੱਲ ਰਿਹਾ ਹੈਗਾ। ਸੋ ਔਨ ਐਨ ਐਵਰੇਜ ਬਟ 4 ਮਹੀਨੇ ਚ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਕੰਪਲੀਟ ਹੋ ਰਹੀਆਂ ਨੇ। ਸੋ ਚਾਹੇ ਉਹ ਵਿਜ਼ਟਰ ਵੀਜ਼ਾ ਦੀ ਹੈਗੀ ਚਾਹੇ ਸੁਪਰ ਵੀਜ਼ਾ ਦੀ, ਅਪਰੋਕਸੀਮੇਟਲੀ ਪ੍ਰੋਸੈਸਿੰਗ ਟਾਈਮ ਦੋਨਾਂ ਐਪਲੀਕੇਸ਼ਨਸ ਦਾ ਸੇਮ ਹੈਗਾ ਆ। ਤੇ ਐਕਸਟੈਂਸ਼ਨ ਜੇਕਰ ਕੋਈ ਪਾਉਣਾ ਚਾਹੁੰਦਾ ਤੇ ਐਕਸਟੈਂਸ਼ਨ ਨੂੰ ਕਿੰਨਾ ਸਮਾਂ ਲੱਗ ਰਿਹਾ ਹੈ? ਐਕਸਟੈਂਸ਼ਨ ਦਾ ਟਾਈਮ ਨੋ ਡਾਊਟ ਇਟਸ ਮੋਰ ਦੈਨ 4-5 ਮੰਥਸ। ਇਸ ਤੋਂ ਜ਼ਿਆਦਾ ਈਜ਼ੀਲੀ ਚੱਲ ਰਿਹਾ ਹੈ, ਈਜ਼ੀ ਚੱਲ ਰਿਹਾ। ਬਟ ਹਾਂ ਅਗਰ ਤੁਸੀਂ ਕੰਟਰੀ ਦੇ ਵਿੱਚ ਹੈਗੇ ਹੋ, ਕੈਨੇਡਾ 'ਚ ਹੈਗੇ ਹੋ, ਤੁਸੀਂ ਆਪਣੀ ਐਪਲੀਕੇਸ਼ਨ ਅਪਲਾਈ ਕੀਤੀ ਹੋਈ ਹੈ ਬਿਫੋਰ ਜਿਹੜਾ ਤੁਹਾਡਾ ਸਟੇਟਸ ਐਕਸਪਾਇਰ ਹੋ ਰਿਹਾ ਸੀਗਾ, ਦੈਨ ਤੁਸੀਂ ਕੰਟਰੀ ਦੇ ਵਿੱਚ ਅੰਡਰ ਮੇਨਟੇਨ ਸਟੇਟਸ ਰਹਿ ਸਕਦੇ ਹੋ। ਸੋ ਤੁਹਾਨੂੰ ਇੱਥੇ ਰਹਿਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਇਹਨਾਂ ਦੀ ਐਂਟਰੀ ਨੂੰ ਲੈ ਕੇ ਵੀ ਕੁਝ ਜਿਹੜਿਆ ਪਿੱਛੇ ਜੀ ਜਾਣਕਾਰੀ ਦਿੱਤੀ ਗਈ ਸੀ ਕਿ ਤੁਹਾਨੂੰ ਕਿੰਨੇ ਚਿਰ ਦੀ ਸਟੇ ਮਿਲ ਸਕਦੀ ਹੈ, ਇਹਦੇ ਵਿੱਚ ਵੀ ਕੁਝ ਚੇਂਜਸ ਆਏ ਨੇ। ਸੋ ਕੀ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਲਈ ਆ ਜਾਂ ਜਿਹੜੇ ਪਹਿਲਾਂ ਆ ਚੁੱਕੇ ਨੇ ਉਹਨਾਂ ਦੇ ਲਈ ਵੀ ਇਹ ਲਾਗੂ ਹੋਏਗਾ? ਬਿਲਕੁਲ 4th of July ਤੋਂ ਜਿਹੜੇ ਚੇਂਜਸ ਕੀਤੇ ਗਏ ਸੀ ਸੁਪਰ ਵੀਜ਼ਾ ਲਈ, ਉਹਦੇ ਵਿੱਚ ਇਹ ਸੀਗਾ ਕਿ ਅਗਰ ਤੁਸੀਂ ਕੈਨੇਡਾ ਐਂਟਰ ਕਰਦੇ ਹੋ ਆਫਟਰ 4th ਤਾਂ ਤੁਹਾਡੀ ਜਿਹੜੀ ਸਟੇ ਹੈਗੀ ਆ 5 ਇਅਰਸ ਦੀ ਦਿੱਤੀ ਜਾਏਗੀ। ਸੋ ਡਿਪੈਂਡਿੰਗ ਤੁਸੀਂ ਅਗਰ ਪਹਿਲਾਂ ਇੱਥੇ ਆਲਰੇਡੀ ਕੈਨੇਡਾ 'ਚ ਹੈਗੇ ਹੋ ਤਾਂ ਤੁਹਾਡੀ ਐਕਸਟੈਂਸ਼ਨ ਹੈਗੀ 2 ਇਅਰਸ ਦੀ ਹੋਏਗੀ। ਬਟ ਚਾਹੇ ਤੁਹਾਡਾ ਪੁਰਾਣਾ ਸੁਪਰ ਵੀਜ਼ਾ ਹੈਗਾ, ਚਾਹੇ ਤੁਹਾਡੀ ਐਪਲੀਕੇਸ਼ਨ ਦਾ ਡਿਸੀਜਨ ਆਫਟਰ 4th of July ਆਇਆ, ਤਾਂ ਜਦੋਂ ਵੀ ਤੁਸੀਂ ਕੈਨੇਡਾ ਆਫਟਰ 4th ਐਂਟਰ ਕਰੋਗੇ ਤਾਂ ਤੁਹਾਡਾ 5 ਇਅਰਸ ਦਾ ਸਟੇ ਆਟੋਮੈਟਿਕਲੀ ਦਿੱਤਾ ਜਾਏਗਾ। ਹੁਣ ਇੱਥੇ ਇੱਕ ਚੀਜ਼ ਹੋਰ ਹੈਗੀ ਕੰਸੀਡਰ ਕਰਨ ਵਾਲੀ ਕਿ ਜਦੋਂ ਆਪਾਂ ਕੈਨੇਡਾ ਐਂਟਰ ਕਰਦੇ ਹਾਂ ਕਈ ਵਾਰ ਆਫੀਸਰਸ ਤੁਹਾਡੀ ਜਿਹੜੀ ਪਾਸਪੋਰਟ ਹੁੰਦਾ ਉਹਦੇ ਉੱਪਰ ਡੇਟ ਨਹੀਂ ਪਾਉਂਦੇ ਹੈਗੇ। ਉੱਥੇ ਕਨਫਿਊਜ਼ਨ ਹੁੰਦੀ ਹੈ ਕਿ ਸਾਨੂੰ ਐਂਟਰੀ ਕਿੰਨੇ ਟਾਈਮ ਦੀ ਦਿੱਤੀ ਗਈ ਹੈ। ਸੋ ਕਈ ਵਾਰ ਕੀ ਹੁੰਦਾ ਕੁਝ ਐਪਲੀਕੈਂਟਸ ਆਪ ਹੀ 6 ਮਹੀਨੇ ਬਾਅਦ ਆਪਣੀ ਐਕਸਟੈਂਸ਼ਨ ਪਾ ਦਿੰਦੇ ਨੇ ਕਿ ਸਾਡਾ ਸੁਪਰ ਵੀਜ਼ਾ ਹੈਗਾ ਬਟ ਉਹਨਾਂ ਨੇ ਡੇਟ ਮੈਂਸ਼ਨ ਨਹੀਂ ਕੀਤੀ ਤਾਂ ਮਾਈਟ ਵੀ ਸਾਡੀ 6 ਮੰਥਸ ਦੀ ਹੀ ਐਂਟਰੀ ਹੈਗੀ ਆ। ਬਟ ਅਗਰ ਨਹੀਂ ਉਹਨਾਂ ਨੇ ਕੋਈ ਵੀ ਡੇਟ ਮੈਂਸ਼ਨ ਕੀਤੀ ਤਾਂ ਆਫਟਰ 4th of July ਤਾਂ ਤੁਸੀਂ ਇੱਥੇ 5 ਸਾਲ ਈਜ਼ੀਲੀ ਰਹਿ ਸਕਦੇ ਹੋ, ਤੁਹਾਨੂੰ ਐਕਸਟੈਂਸ਼ਨ ਪਾਉਣ ਦੀ ਲੋੜ ਨਹੀਂ ਹੈਗੀ। ਸੋ ਆਫਟਰ 5 ਇਅਰਸ ਤੁਸੀਂ ਐਕਸਟੈਂਸ਼ਨ ਆਪਣੀ ਅਪਲਾਈ ਕਰੋਗੇ ਜੋ ਕਿ ਤੁਹਾਨੂੰ ਅੱਗੇ 2 ਸਾਲਾਂ ਦੇ ਲਈ ਦਿੱਤੀ ਜਾਏਗੀ। ਸੋ ਦੇਖਿਆ ਜਾਏ ਤਾਂ ਤੁਸੀਂ ਇੱਥੇ 7 ਸਾਲ ਲਗਾਤਾਰ ਰਹਿ ਸਕਦੇ ਹੋ ਅੰਡਰ ਸੁਪਰ ਵੀਜ਼ਾ ਦੇ ਵਿੱਚ। ਸੋ ਤੁਸੀਂ 7 ਸਾਲ ਲਗਾਤਾਰ ਰਹਿਣ ਦੀ ਗੱਲ ਕੀਤੀ ਆ। ਇੰਸ਼ੋਰੈਂਸ ਨੂੰ ਲੈ ਕੇ ਵੀ ਕੁਝ ਸ਼ਾਇਦ ਚੇਂਜਸ ਦੇਖਣ ਨੂੰ ਮਿਲੇ ਸੀ, ਤੇ ਕੀ ਚੇਂਜਸ ਨੇ? ਕਿ ਇਹਦੇ ਟਾਈਮ ਦੇ ਉੱਤੇ ਵੀ ਕੋਈ ਚੇਂਜਸ ਕੀਤੇ ਗਏ ਆ ਜਾਂ ਅਸੀਂ ਕਿੱਥੋਂ ਕਰਾ ਸਕਦੇ ਹਾਂ ਇਹ ਇੰਸ਼ੋਰੈਂਸ ਦੇ ਬਾਰੇ? ਸ਼ੋਰ ਇਸ ਇੰਸ਼ੋਰੈਂਸ ਬਾਰੇ ਵੀ ਉਹਨਾਂ ਨੇ ਕਿਹਾ ਗਿਆ ਹੈਗਾ ਕਿ ਜਿਹੜੀ ਇੰਟਰਨੈਸ਼ਨਲ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ ਉਹ ਇੰਸ਼ੋਰੈਂਸ ਪ੍ਰੋਵਾਈਡ ਕਰ ਸਕਦੀਆਂ ਨੇ। ਬਟ ਐਜ਼ ਆਫ ਨਾਓ ਜਿਹੜੀ ਹੈਗਾ ਕੈਨੇਡੀਅਨ ਇੰਸ਼ੋਰੈਂਸ ਕੰਪਨੀਆਂ ਹੀ ਇੰਸ਼ੋਰੈਂਸ ਦੇ ਰਹੀਆਂ ਨੇ ਤੇ ਇਹ ਜਿਹੜਾ ਹੈਗਾ ਅੱਗੇ ਫਿਊਚਰ ਦੇ ਵਿੱਚ ਇਹਦੀ ਗਾਈਡਲਾਈਨਸ ਆਉਣਗੀਆਂ। ਜੀ ਦੋਸਤੋ, ਜਿਵੇਂ ਆਪਾਂ ਇਹਦੇ ਬਾਰੇ ਗੱਲਬਾਤ ਕੀਤੀ ਆ, ਸੋ ਨਾਲ ਦੀ ਨਾਲ ਥੋੜਾ ਜਿਹਾ ਆਪਾਂ ਇਹਦੇ ਬਾਰੇ ਵੀ ਗੱਲ ਕਰੀਏ ਜਿਹੜੇ ਵਿਜ਼ਟਰ ਵੀਜ਼ਾ ਤੇ ਇੱਥੇ ਆਉਣਾ ਚਾਹੁੰਦੇ ਨੇ। ਵਿਜ਼ਟਰ ਵੀਜ਼ਾ ਨੂੰ ਵੀ ਬਹੁਤ ਸਮਾਂ ਅਸੀਂ ਸੁਣ ਰਹੇ ਹਾਂ ਕਿ ਲੱਗ ਰਿਹਾ ਵਾ। ਇਸ ਵਕਤ ਕਿੰਨਾ ਕੁ ਟਾਈਮ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਲੱਗ ਰਿਹਾ ਵਾ? ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨਸ ਨੂੰ ਵੀ ਅਪਰੋਕਸੀਮੇਟਲੀ 3 to 4 ਮੰਥਸ ਦਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ। ਹੁਣ ਇਹਦੇ ਵਿੱਚ ਹੈਗਾ ਕਿ ਕੁਝ ਐਪਲੀਕੇਸ਼ਨਸ ਲਾਸਟ ਈਅਰ ਦੀਆਂ ਲੱਗੀਆਂ ਸੀਗੀਆਂ, ਸੋ ਹਜੇ ਵੀ ਉਹ ਲੋਕ ਵੇਟ ਕਰ ਰਹੇ ਨੇ ਕਿ ਸਾਡੀ ਐਪਲੀਕੇਸ਼ਨ ਦਾ ਡਿਸੀਜਨ ਆਏਗਾ। ਬਟ 7th of September 2021 ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਅਗਰ ਤੁਹਾਡੀ ਐਪਲੀਕੇਸ਼ਨ ਪਹਿਲਾਂ ਲੱਗੀ ਹੋਈ ਆ ਐਂਡ ਕੁਝ ਅਰਜੈਂਟ ਰੀਜ਼ਨਸ ਨਹੀਂ ਹੈ ਕਿ ਤੁਸੀਂ ਵੇਟ ਕਰ ਸਕਦੇ ਹੋ, ਤੁਹਾਡੀ ਐਪਲੀਕੇਸ਼ਨ ਇਨ ਕਿਊ ਰਹੇਗੀ ਬਟ ਵੀ ਹੈਵ ਨੋ ਆਈਡੀਆ ਕਿ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਦੋਂ ਹੋਏਗੀ। ਤਾਂ ਆਫਟਰ 7th of September ਜਿਹੜੀਆਂ ਨਵੀਆਂ ਐਪਲੀਕੇਸ਼ਨਸ ਨਵੇਂ ਪੋਰਟਲ 'ਚ ਲੱਗ ਰਹੀਆਂ ਨੇ ਉਹਨਾਂ ਦਾ ਜਿਹੜਾ ਡਿਸੀਜਨ ਹੈਗਾ 3-4 ਮੰਥਸ ਦੇ ਅਪਰੋਕਸੀਮੇਟਲੀ ਆ ਰਿਹਾ। ਬਟ ਅਗਰ ਤੁਹਾਡੀ ਐਪਲੀਕੇਸ਼ਨ ਆਲਰੇਡੀ ਪੁਰਾਣੇ ਪੋਰਟਲ 'ਚ ਲੱਗੀ ਹੋਈ ਆ ਤੇ ਨਵੇਂ ਪੋਰਟਲ ਤੁਸੀਂ ਦੁਬਾਰਾ ਐਪਲੀਕੇਸ਼ਨ ਅਪਲਾਈ ਕਰ ਰਹੇ ਹੋ ਦੈਨ ਇਟਸ ਬੈਟਰ ਕਿ ਤੁਸੀਂ ਉਹਨਾਂ ਨੇ ਮੈਂਸ਼ਨ ਕਰੋ ਕਿ ਅਸੀਂ ਆਪਣੀ ਪੁਰਾਣੀ ਐਪਲੀਕੇਸ਼ਨ ਵਿਦਡਰਾ ਕਰ ਰਹੇ ਹਾਂ ਐਂਡ ਨਵੀਂ ਐਪਲੀਕੇਸ਼ਨ ਸਾਡੀ ਆਹ ਤੁਸੀਂ ਕੰਸੀਡਰ ਕਰੋ ਕਿ ਐਂਡ ਜਿਹੜੇ ਰੀਜ਼ਨਸ ਹੈਗੇ ਨੇ ਪਰਪਸ ਹੈਗਾ ਉਹ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਉਸ ਹਿਸਾਬ ਨਾਲ ਬਣਾ ਕੇ ਦਿਓ। ਤੇ ਇੱਥੇ ਮੈਂ ਇੱਕ ਚੀਜ਼ ਐਡ ਕਰੂੰਗੀ, ਜਿੱਦਾਂ ਆਪਾਂ ਸੁਪਰ ਵੀਜ਼ਾ ਦੀ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ, ਹੁਣ ਕਈ ਕੰਟਰੀਜ਼ ਇਦਾਂ ਦੀਆਂ ਹੁੰਦੀਆਂ ਨੇ ਜਿਹੜੀ ਵੀਜ਼ਾ ਐਗਜ਼ੈਂਪਟ ਕੰਟਰੀਜ਼ ਹੁੰਦੀਆਂ ਨੇ। ਸੋ ਜਿੱਦਾਂ ਆਪਣਾ USA ਹੋ ਗਿਆ, ਮੈਕਸੀਕੋ, ਫਰਾਂਸ, ਜਰਮਨੀ। ਸੋ ਅਗਰ ਤੁਸੀਂ ਉੱਥੋਂ ਕੈਨੇਡਾ ਆ ਰਹੇ ਹੋ ਤੇ ਤੁਹਾਨੂੰ ਸੁਪਰ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਉੱਥੇ ਵੀ 5 ਸਾਲ ਦੀ ਹੀ ਤੁਹਾਨੂੰ ਐਂਟਰੀ ਮਿਲੇਗੀ। ਸੋ ETA ਅੰਡਰ ਅਦਰਵਾਈਜ਼ ਤੁਸੀਂ 6 ਮਹੀਨੇ ਇੱਥੇ ਰਹਿ ਸਕਦੇ ਹੋ ਵਿਜ਼ਟਰ ਵੀਜ਼ਾ ਦੇ ਵਿੱਚ। ਸੋ ਬਟ ਇਹਦੇ ਨਾਲ ਇਹ ਨਹੀਂ ਹੈਗਾ ਕਿ ਤੁਸੀਂ ETA ਨਹੀਂ ਅਪਲਾਈ ਕਰਨਾ। ਸੋ ਤੁਹਾਡੇ ਕੋਲ ਦੋਨੋਂ ਡਾਕੂਮੈਂਟਸ ਹੋਣੇ
ਹੋਣੇ ਚਾਹੀਦੇ ਨੇ ਕਿ ਤੁਹਾਡੀ ਸੁਪਰ ਵੀਜ਼ਾ ਵੀ ਅਪਰੂਵਡ ਹੋਇਆ, ਪਲੱਸ ਤੁਹਾਡੇ ਕੋਲ ETA ਹੈਗਾ, ਕਿਉਂਕਿ ਤੁਸੀਂ ਟਰੈਵਲ ਕਰਨਾ ਬਾਏ 에ਅਰ, ਸੋ ਉਹਦੇ ਲਈ ETA ਚਾਹੀਦਾ। ਐਂਡ ਅਗਰ ਤੁਹਾਡਾ ਸੁਪਰ ਵੀਜ਼ਾ ਅਪਰੂਵ ਹੋਇਆ ਤੇ ਤੁਹਾਨੂੰ ਨਾ ਇਮੀਗ੍ਰੇਸ਼ਨ ਵੱਲੋਂ ਇੱਕ ਡਾਕੂਮੈਂਟ, ਇੱਕ ਲੈਟਰ ਮਿਲਦੀ ਆ। ਸੋ ਜੋ ਤੁਸੀਂ ਇੱਥੇ ਜਦੋਂ ਬਾਰਡਰ ਤੇ ਆਉਂਦੇ ਹੋ, ਇੱਥੋਂ ਦੇ ਸਿਕਿਉਰਿਟੀ ਆਫੀਸਰ ਨੂੰ ਤੁਸੀਂ ਪ੍ਰੋਵਾਈਡ ਕਰਨਾ, ਉਹਦੇ ਬੇਸ ਤੇ ਤੁਹਾਨੂੰ ਅੱਗੇ ਐਂਟਰੀ ਸੁਪਰ ਵੀਜ਼ਾ ਦੇ ਉੱਪਰ ਮਿਲਦੀ ਆ। ਸੋ ਇਹ ਇਨਫੋਰਮੇਸ਼ਨ ਵੀ ਜਿਹੜੀ ਇਦਾਂ ਦੀ ਹੈਗੀ ਬਹੁਤ ਵੀਜ਼ਾ ਐਗਜ਼ੈਂਪਟ ਕੰਟਰੀਜ਼ ਕੋਲ ਨਹੀਂ ਹੈਗੀ। ਸੋ ਉਹ ਇੱਥੇ ਆ ਕੇ ਜਸਟ ਐਕਸਟੈਂਸ਼ਨ ਅਪਲਾਈ ਕਰ ਰਹੇ ਨੇ ਐਂਡ ਹਰ ਵਾਰ ਜਸਟ 6 ਮਹੀਨੇ ਦੀ ਉਹਨਾਂ ਨੂੰ ਐਂਟਰੀ ਮਿਲਦੀ ਆ। ਸੋ ਸੁਪਰ ਵੀਜ਼ਾ ਲਈ ਐਲੀਜੀਬਲ ਹੈਗੇ ਨੇ, ਅਗਰ ਉਹਨਾਂ ਦੇ ਬੱਚੇ ਇੱਥੇ ਹੈਗੇ ਨੇ ਤੇ ਇਨਕਮ ਰਿਕੁਆਇਰਮੈਂਟ ਮੀਟ ਕਰ ਰਹੇ ਨੇ, ਤਾਂ ਆਪਣੀ ਕੰਟਰੀ ਤੋਂ ਸੁਪਰ ਵੀਜ਼ਾ ਲਗਾ ਕੇ ਆ ਸਕਦੇ ਨੇ। ਬਿਲਕੁਲ। ਆਪਾਂ ਵਾਪਸ ਵਿਜ਼ਟਰ ਵੀਜ਼ਾ ਦੇ ਉੱਤੇ ਆਈਏ। ਤੁਸੀਂ ਟਾਈਮ ਦੀ ਗੱਲ ਕੀਤੀ ਹੈ ਕਿ ਕਿੰਨਾ ਸਮਾਂ ਇਸ ਵਕਤ ਲੱਗ ਰਿਹਾ ਵਾ। ਅਸੀਂ ਦੇਖਿਆ ਹੈ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਕੁਝ ਰਿਫਿਊਜ਼ਲਸ ਦੇਖਣ ਨੂੰ ਮਿਲ ਰਹੀਆਂ ਨੇ ਤੇ ਆਮ ਤੌਰ ਤੇ ਜੈਨੂਅਲੀ ਇਹੀ ਰੀਜ਼ਨ ਦੱਸਿਆ ਜਾਂਦਾ ਕਿ ਤੁਹਾਡੀਆਂ ਟਾਈਸ ਸਾਨੂੰ ਸਟਰੋਂਗ ਨਹੀਂ ਲੱਗਦੀਆਂ ਕਿ ਤੁਸੀਂ ਵਾਪਸ ਨਹੀਂ ਮੁੜੋਗੇ। ਸੋ ਜਦੋਂ ਕਈ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ, ਕੁਝ ਪ੍ਰੂਫਸ ਵਗੈਰਾ, ਡਾਕੂਮੈਂਟਸ ਵਗੈਰਾ ਕਿਵੇਂ ਲਗਾ ਸਕਦੇ ਆ ਕਿ ਥੋੜਾ ਜਿਹਾ ਕੇਸ ਸਟਰੋਂਗ ਹੋ ਸਕੇ? ਸ਼ੋਰ, ਜਿਹੜਾ ਅੱਜ ਰੇਟ 'ਚ ਰਿਫਿਊਜ਼ਲ ਰੇਟ ਹੈਗਾ ਉਹ ਕਾਫੀ ਹਾਈ ਹੈਗਾ। ਉਹਦਾ ਰੀਜ਼ਨ ਇਹ ਹੈਗਾ ਕਿਉਂਕਿ ਐਪਲੀਕੇਸ਼ਨਸ ਵੀ ਕਾਫੀ ਨੰਬਰ 'ਚ ਲੱਗ ਰਹੀਆਂ ਨੇ ਐਂਡ ਇੰਡੀਆ ਤੋਂ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ, ਇੱਥੇ ਤੁਸੀਂ ਵਿਜ਼ਟਰ ਤੇ ਆਉਣੇ, ਉਸ ਤੋਂ ਬਾਅਦ ਕਈ ਲੋਕ ਹੈਗੇ ਨੇ ਬਾਅਦ 'ਚ ਰਿਫਿਊਜੀ ਅਪਲਾਈ ਕਰ ਦਿੰਦੇ ਨੇ। ਸੋ ਦੈਟਸ ਦ ਰੀਜ਼ਨ ਜਿਹਦੇ ਕਰਕੇ ਅੱਜ ਦੀ ਰੇਟ 'ਚ ਰਿਜੈਕਸ਼ਨ ਰੇਟ ਕਾਫੀ ਹਾਈ ਚੱਲਦਾ। ਸੋ ਐਪਲੀਕੇਸ਼ਨ ਨੂੰ ਸਟਰੋਂਗ ਬਣਾਉਣ ਲਈ ਸੋ ਮੇਨ ਜਿਹੜਾ ਤੁਹਾਡਾ ਪਰਪਸ ਹੋਣਾ ਚਾਹੀਦਾ ਕਿ ਤੁਸੀਂ ਕੈਨੇਡਾ ਕਿਉਂ ਆ ਰਹੇ ਹੋ, ਤੁਸੀਂ ਫਾਈਨੈਂਸ਼ੀਅਲੀ ਕਿੰਨੇ ਸਟੇਬਲ ਹੈਗੇ ਹੋ ਆਪਣੀ ਕੰਟਰੀ ਦੇ ਵਿੱਚ, ਤੁਹਾਨੂੰ ਕੌਣ ਇਨਵਾਈਟ ਕਰ ਰਿਹਾ ਹੈਗਾ ਆ, ਐਂਡ ਡਾਕੂਮੈਂਟੇਸ਼ਨ ਮੇਨ ਹੈਗੀ ਲਾਈਕ ਤੁਹਾਡੀ ਬੈਕ ਹੋਮ ਤੁਸੀਂ ਕੀ ਹੈਗੇ ਇੰਟੈਂਸ਼ਨ, ਤੁਸੀਂ ਕਿਉਂ ਵਾਪਸ ਜਾਓਗੇ। ਸੋ ਅਗਰ ਉਹ ਤੁਸੀਂ ਸਾਰੀਆਂ ਚੀਜ਼ਾਂ ਆਪਣੀਆਂ ਸ਼ੋ ਕਰ ਰਹੇ ਹੋ, ਪ੍ਰੋਪਰਲੀ ਡਾਕੂਮੈਂਟਡ ਹੈਗੀ ਐਪਲੀਕੇਸ਼ਨ, ਸੋ ਤੁਹਾਡੀ ਐਪਲੀਕੇਸ਼ਨ ਡੈਫੀਨੇਟਲੀ ਅਪਰੂਵ ਹੁੰਦੀ ਆ। ਮੇਨ ਚੀਜ਼ ਆਉਂਦੀ ਹੈ ਕਿ ਦੇਖੋ ਇੰਟੈਂਸ਼ਨਸ 'ਚ ਅਗਰ ਦਿਖਾਉਣਾ ਕਿ ਤੁਸੀਂ ਤੁਹਾਡੇ ਕੋਲ ਉੱਥੇ ਜੌਬ ਹੈਗੀ ਆ, ਠੀਕ ਹੈ, ਤੁਸੀਂ ਉੱਥੇ ਪ੍ਰੋਪਰਟੀ ਓਨ ਕਰ ਰਹੇ ਹੈਗੇ, ਤੁਸੀਂ ਇਵੈਲੂਏਸ਼ਨ ਰਿਪੋਰਟ ਦਿਖਾ ਸਕਦੇ ਹੋ, ਤੁਹਾਡੇ ਪੇਰੈਂਟਸ ਉੱਥੇ ਹੈਗੇ ਨੇ, ਤੁਹਾਡੇ ਡਿਪੈਂਡੈਂਟ ਬੱਚੇ ਉੱਥੇ ਹੈਗੇ ਨੇ। ਸੋ ਅਗਰ ਤੁਸੀਂ ਉਹ ਚੀਜ਼ਾਂ ਆਪਣੀ ਐਪਲੀਕੇਸ਼ਨ ਦੇ ਨਾਲ ਲਗਾਉਂਦੇ ਹੋ ਤਾਂ ਵੀਜ਼ਾ ਆਫਿਸਰ ਨੂੰ ਡੈਫੀਨੇਟਲੀ ਉਹ ਕਨਵਿੰਸ ਹੋਏਗਾ ਕਿ ਹਾਂਜੀ ਆਫਟਰ ਪਰਟੀਕੂਲਰ ਟਾਈਮ ਪੀਰੀਅਡ ਇਹਨਾਂ ਨੇ ਵਾਪਸ ਜਾਣਾ ਹੀ ਜਾਣਾ, ਬਿਕੋਜ਼ ਇਹਨਾਂ ਦੀ ਉੱਥੇ ਰਿਸਪੌਂਸਿਬਿਲਿਟੀਜ਼ ਹੈਗੀਆਂ ਜੋ ਇਹਨਾਂ ਨੇ ਉੱਥੇ ਜਾ ਕੇ ਆਪਣੀ ਉਠਾਉਣੀਆਂ ਨੇ। ਸੋ ਉਸ ਚੀਜ਼ ਦੇ ਵਿੱਚ ਐਪਲੀਕੇਸ਼ਨ ਜਿਹੜੀ ਹੈਗੀ ਅਪਰੂਵ ਹੁੰਦੀ ਆ। ਕਈ ਵਾਰੀ ਇਦਾਂ ਹੁੰਦਾ ਕਿ ਕੁਝ ਲੋਕ ਜਿਵੇਂ ਇੱਕ ਵਾਰੀ ਵੀਜ਼ਾ ਦੇ ਉੱਤੇ ਰਿਫਿਊਜ਼ਲ ਆ ਚੁੱਕੀ ਆ, ਉਸ ਤੋਂ ਬਾਅਦ ਫਿਰ ਦੁਬਾਰਾ ਉਸ ਚੀਜ਼ ਨੂੰ ਅਪਲਾਈ ਕਰ ਦਿੰਦੇ ਨੇ। ਸੋ ਕਿੰਨਾ ਸਮਾਂ ਘੱਟੋ ਘੱਟ ਵੇਟ ਕਰਨੀ ਚਾਹੀਦੀ ਹੈ ਜਾਂ ਕੀ ਕੋਈ ਚੇਂਜਸ ਵੀ ਕਰਨੇ ਚਾਹੀਦੇ ਡਾਕੂਮੈਂਟਸ ਦੇ ਵਿੱਚ ਜੇ ਇੱਕ ਵਾਰੀ ਤੁਹਾਡੀ ਰਿਫਿਊਜ਼ਲ ਆ ਚੁੱਕੀ ਹੈ ਤਾਂ? ਦੇਖੋ ਜਦੋਂ ਐਪਲੀਕੇਸ਼ਨ ਦੇ ਉੱਪਰ ਇੱਕ ਵਾਰ ਰਿਫਿਊਜ਼ਲ ਆਉਂਦੀ ਹੈ, ਸੋ ਡਿਪੈਂਡ ਕਰਦਾ ਤੁਹਾਡੀ ਰਿਫਿਊਜ਼ਲ ਦੇ ਰੀਜ਼ਨਸ ਕੀ ਹੈਗੇ ਨੇ। ਸੋ ਅਗਰ ਤਾਂ ਉਹਨਾਂ ਨੇ ਨਾਰਮਲ ਸਟੈਂਡਰਡ ਲੈਟਰ ਹੀ ਤੁਹਾਨੂੰ ਇਸ਼ੂ ਕੀਤੀ ਹੈ, ਸੋ ਇਟਸ ਸਜੈਸਟਡ ਕਿ ਤੁਸੀਂ GCMS ਨੋਟਸ ਅਪਲਾਈ ਕਰ ਲਓ। ਸੋ GCMS ਨੋਟ ਦੇ ਵਿੱਚ ਜਿਹੜਾ ਤੁਹਾਡੇ ਵੀਜ਼ਾ ਆਫਿਸਰ ਨੇ ਐਪਲੀਕੇਸ਼ਨ ਚੈੱਕ ਕੀਤੀ ਹੁੰਦੀ ਆ, ਉਹਦੀ ਸਾਰੀਆਂ ਡਿਟੇਲਸ ਮੈਂਸ਼ਨ ਹੁੰਦੀਆਂ ਨੇ ਕਿ ਉਹਨਾਂ ਨੇ ਐਪਲੀਕੇਸ਼ਨ ਰਿਵਿਊ ਕਰਨ ਵੇਲੇ ਕਿਹੜੇ ਪੁਆਇੰਟਸ ਨੂੰ ਕੰਸੀਡਰ ਕੀਤਾ ਸੀ ਤੇ ਤੁਹਾਡੀ ਐਪਲੀਕੇਸ਼ਨ ਰਿਜੈਕਟ ਕੀਤੀ ਆ। ਅਗਰ GCMS ਨੋਟ ਦੇ ਵਿੱਚ ਕੁਝ ਪਾਰਟਿਕੂਲਰ ਨਹੀਂ ਮੈਂਸ਼ਨ ਹੈਗਾ, ਜਸਟ ਨਾਰਮਲ ਰੀਜ਼ਨ ਦੇ ਬੇਸਿਸ ਤੇ ਉਹਨਾਂ ਨੇ ਐਪਲੀਕੇਸ਼ਨ ਰਿਜੈਕਟ ਕੀਤੀ ਆ, ਸੋ ਸਜੈਸਟਡ ਇਹ ਹੈਗਾ ਕਿ ਅਗਰ ਤੁਹਾਡੇ ਸਰਕਮਸਟੈਂਸਿਸ ਚੇਂਜ ਹੁੰਦੇ ਨੇ, ਸੋ ਤੁਹਾਡੇ ਫਾਈਨੈਂਸ਼ੀਅਲ ਸਟੇਬਿਲਿਟੀ ਚੇਂਜ ਹੋਈ, ਤੁਹਾਡੇ ਕੋਲ ਫੰਡਸ ਜ਼ਿਆਦਾ ਹੈਗੇ ਨੇ, ਤੁਹਾਡੀ ਜੌਬ ਚੇਂਜ ਹੋਈ ਆ ਜਾਂ ਫਿਰ ਤੁਹਾਡੇ ਇੱਥੇ ਆਉਣ ਦਾ ਰੀਜ਼ਨ ਚੇਂਜ ਹੋਇਆ, ਸੋ ਕੁਛ ਨਾ ਕੁਛ ਸਰਕਮਸਟੈਂਸਿਸ ਚੇਂਜ ਹੈਗੇ ਨੇ, ਫਿਰ ਤੁਸੀਂ ਐਪਲੀਕੇਸ਼ਨ ਲਗਾਓ। ਇੱਦਾਂ ਨਹੀਂ ਹੈਗਾ ਕਿ ਕਈ ਕਹਿੰਦੇ ਨੇ ਕਿ ਅਸੀਂ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਅਸੀਂ ਐਪਲੀਕੇਸ਼ਨ ਲਗਾਈਏ ਤਾਂ ਸਾਡੀ ਐਪਲੀਕੇਸ਼ਨ ਸਕਸੈਸਫੁਲ ਹੋਗੀ। ਸੋ ਇੱਕ ਕੋਈ ਪਾਰਟਿਕੂਲਰ ਜਾਂ ਡੈਫੀਨਿਟ ਟਾਈਮ ਪੀਰੀਅਡ ਨਹੀਂ ਹੈਗਾ ਜੋ ਤੁਸੀਂ ਕੰਸੀਡਰ ਕਰਨਾ, ਇਟਸ ਜਸਟ ਦ ਸਰਕਮਸਟੈਂਸਿਸ। ਸੋ ਸਰਕਮਸਟੈਂਸਿਸ ਚੇਂਜ ਹੈਗੇ ਨੇ, ਕੁਝ ਪਾਰਟਿਕੂਲਰ ਰੀਜ਼ਨਸ ਨਹੀਂ ਹੈਗੇ, ਫਿਰ ਅਪਲਾਈ ਕਰ ਸਕਦੇ ਹਾਂ। ਕਈ ਸਿਨੈਰੀਓਜ਼ 'ਚ ਕੀ ਹੁੰਦਾ, ਆਪਾਂ ਵਿਦਆਊਟ GCMS ਨੋਟਸ ਅਪਲਾਈ ਕੀਤੇ ਆਪਾਂ ਐਪਲੀਕੇਸ਼ਨ ਦੁਬਾਰਾ ਅਪਲਾਈ ਕਰ ਦਿੰਦੇ ਹਾਂ। ਕਈ ਵਾਰ ਉਹ ਐਪਲੀਕੇਸ਼ਨਸ ਫਿਰ ਤੋਂ ਰਿਜੈਕਟ ਹੋ ਜਾਂਦੀਆਂ ਨੇ। ਜਦੋਂ ਆਪਾਂ ਨੋਟਸ ਦੇ ਵਿੱਚ ਦੇਖਦੇ ਹਾਂ ਉਹਦੇ ਵਿੱਚ ਕਈ ਪੁਆਇੰਟਸ ਇਦਾਂ ਦੇ ਗਿਵਨ ਹੁੰਦੇ ਨੇ ਕਿ ਜਿਹੜੀ ਆਪਾਂ ਨੂੰ ਸੈਕਿੰਡ ਟਾਈਮ ਐਪਲੀਕੇਸ਼ਨ ਲਗਾਉਣ ਵੇਲੇ ਧਿਆਨ 'ਚ ਰੱਖਣੇ ਚਾਹੀਦੇ ਸੀਗੇ। ਕਈ ਕੇਸਿਸ ਦੇ ਵਿੱਚ ਅਸੀਂ ਮਿਸਰਿਪਰੈਜ਼ੈਂਟੇਸ਼ਨ ਵੀ ਦੇਖਿਆ ਕਿ ਕਲਾਇੰਟ ਦੀ ਇਸ ਬੇਸਿਸ ਤੇ ਆਈ ਹੁੰਦੀ ਹੈ ਕਿ ਉਹਨਾਂ ਨੇ ਆਪਣੀ ਰਿਫਿਊਜ਼ਲਸ ਨਹੀਂ ਮੈਂਸ਼ਨ ਕੀਤੀਆਂ ਹੋਈਆਂ ਹੈਗੀਆਂ ਐਂਡ ਉਹਨਾਂ ਨੂੰ ਪਤਾ ਨਹੀਂ ਹੈ ਬਟ ਉਹ ਐਪਲੀਕੇਸ਼ਨ ਲਗਾ ਰਹੇ ਨੇ। ਸੋ ਇੱਕ ਵਾਰ ਲਗਾਤੀ, ਦੂਸਰੀ ਵਾਰ ਉਹਨਾਂ ਨੇ ਤੁਹਾਨੂੰ ਮਿਸਰਿਪਰੈਜ਼ੈਂਟੇਸ਼ਨ ਕਹਿ ਦੇਣਾ ਕਿ ਤੁਹਾਡੀ ਮਿਸਰਿਪਰੈਜ਼ੈਂਟੇਸ਼ਨ ਹੋ ਰਹੀ ਹੈ ਕਿਉਂਕਿ ਤੁਸੀਂ ਸਾਨੂੰ ਕਲੀਅਰ ਆਨਸਰਸ ਨਹੀਂ ਪ੍ਰੋਵਾਈਡ ਕਰ ਰਹੇ ਹੈਗੇ। ਸੋ ਅਗਰ ਤੁਹਾਡੀ ਰਿਫਿਊਜ਼ਲ ਆ ਰਹੀ ਹੈ, ਸੋ ਬੈਟਰ ਇਹ ਹੈਗਾ ਕਿ ਤੁਸੀਂ GCMS ਨੋਟਸ ਅਪਲਾਈ ਕਰੋ, ਉਹਦੇ ਵਿੱਚ ਪ੍ਰੋਪਰ ਰੀਜ਼ਨਸ ਦੇਖੋ ਕਿ ਕਿਸ ਰੀਜ਼ਨ ਤੇ ਐਪਲੀਕੇਸ਼ਨ ਨੂੰ ਰਿਜੈਕਟ ਕੀਤਾ ਜਾ ਰਿਹਾ ਐਂਡ ਉਸ ਤੋਂ ਬਾਅਦ ਹੀ ਜਿਹੜੀ ਆਪਣੀ ਐਪਲੀਕੇਸ਼ਨ ਹੈਗੀ ਤੁਸੀਂ ਲਗਾਓ, ਪੁਆਇੰਟਸ ਨੂੰ ਰਿਮੂਵ ਕਰੋ, ਦੈਨ ਡੈਫੀਨਿਟਲੀ ਚਾਂਸਸ ਬੈਟਰ ਹੈਗੇ ਨੇ। ਕਈ ਵਾਰੀ ਇਦਾਂ ਵੀ ਹੁੰਦਾ ਕਿ ਕਈਆਂ ਨੇ, ਜਿਵੇਂ ਤੁਸੀਂ ਜੁਲਾਈ ਦੀ ਗੱਲ ਆਖੀ ਸੀ ਕਿ ਉਸ ਤੋਂ ਬਾਅਦ ਕਿਹਾ ਗਿਆ ਕਿ ਇਸ ਸਮੇਂ ਤੋਂ ਬਾਅਦ ਜੇਕਰ ਤੁਸੀਂ ਐਪਲੀਕੇਸ਼ਨਸ ਲਗਾ ਲਓ ਤਾਂ ਪੁਰਾਣੀਆਂ ਵਿਡਰਾ ਕਰਾ ਸਕਦੇ ਹੋ। ਕਈ ਵਾਰੀ ਇਦਾਂ ਹੁੰਦਾ ਕਿ ਕਈ ਕਹਿੰਦੇ ਨੇ ਕਿ ਇੱਥੇ ਕੁਝ ਰੀਜ਼ਨਸ ਹੁੰਦੇ ਆ ਵਿਜ਼ਿਟ ਕਰਨ ਦੇ ਲਈ ਤੇ ਉਹ ਰੀਜ਼ਨ ਲੰਘ ਜਾਂਦੇ ਆ। ਜਿਵੇਂ ਕਿਸੇ ਨੇ ਕੋਈ ਮੈਰਿਜ ਅਟੈਂਡ ਕਰਨ ਆਉਣਾ ਸੀ ਜਾਂ ਕੁਝ ਕਰਨ ਆਉਣਾ ਸੀ ਜਾਂ ਕੋਈ ਫਿਊਨਰਲ ਅਟੈਂਡ ਕਰਨ ਲਈ ਆਉਣਾ ਸੀ
ਸੀ, ਪਰ ਉਸ ਵੇਲੇ ਉਹਨਾਂ ਨੂੰ ਵੀਜ਼ਾ ਜਦ ਤੱਕ ਕੋਈ ਰਿਪਲਾਈ ਨਹੀਂ ਆਉਂਦਾ। ਸੋ ਅਜੇ ਵੀ ਜਿਹੜੇ ਉਸ ਚੀਜ਼ ਦੀ ਵੇਟ ਦੇ ਵਿੱਚ ਨੇ ਤੇ ਇਹ ਸੋਚਦੇ ਨੇ ਕਿ ਦੁਬਾਰਾ ਐਪਲੀਕੇਸ਼ਨ ਲਗਾਉਣਾ ਇੱਕ ਬੈਟਰ ਆਪਸ਼ਨ ਹੋ ਸਕਦਾ ਆ, ਤੇ ਉਹਦੇ ਲਈ ਪੁਰਾਣੀ ਐਪਲੀਕੇਸ਼ਨ ਨੂੰ ਕੀ ਵਿਡਰਾ ਕਰਾਉਣਾ ਜ਼ਰੂਰੀ ਹੈ ਜਾਂ ਫਿਰ ਤੁਸੀਂ ਇਦਾਂ ਹੀ ਸੈਕੰਡ ਐਪਲੀਕੇਸ਼ਨ ਲਗਾ ਸਕਦੇ ਹੋ? ਨਹੀਂ, ਡੈਫੀਨੇਟਲੀ ਜੇ ਤਾਂ ਉਹ ਰੀਜ਼ਨ ਜਿਸ ਦੇ ਬੇਸ ਦੇ ਉੱਪਰ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਗਾਈ ਸੀਗੀ, ਅਗਰ ਉਹ ਰੀਜ਼ਨ ਖਤਮ ਹੋ ਚੁੱਕਿਆ, ਸੋ ਆਈ ਸੁਜੈਸਟ ਕਿ ਬੈਟਰ ਹੈਗਾ ਤੁਸੀਂ ਦੁਬਾਰਾ ਐਪਲੀਕੇਸ਼ਨ ਲਗਾਓ ਤੇ ਪੁਰਾਣੀ ਐਪਲੀਕੇਸ਼ਨ ਅਗਰ ਹੋ ਸਕੇ ਤਾਂ ਆਪਣੀ ਵਿਡਰਾ ਕਰ ਲਓ। ਜਿਹੜਾ ਰੀਜ਼ਨ ਖਤਮ ਹੀ ਹੋ ਚੁੱਕਿਆ ਹੈਗਾ ਤਾਂ ਵੀਜ਼ਾ ਆਫਿਸਰ ਨੇ ਦੇਖਣਾ ਕਿ ਉਹ ਡੇਟ ਨਿਕਲ ਚੁੱਕੀ ਆ, ਵਿਆਹ ਸੀਗਾ, ਵਿਆਹ ਫੰਕਸ਼ਨ ਨਿਕਲ ਚੁੱਕਿਆ, ਸੋ ਤੁਹਾਡਾ ਹੁਣ ਇੱਥੇ ਪਰਪਸ ਨਹੀਂ ਰਿਹਾ ਹੈਗਾ ਆਉਣ ਦਾ, ਤੇ ਬੈਟਰ ਹੈਗਾ ਉਹ ਐਪਲੀਕੇਸ਼ਨ ਨੂੰ ਵਿਡਰਾ ਕਰਕੇ ਆਪਣੀ ਨਵੀਂ ਐਪਲੀਕੇਸ਼ਨ ਲਗਾਈ ਜਾਵੇ। ਜਾਂ ਤੁਸੀਂ ਨਾਰਮਲ ਕਹਿ ਸਕਦੇ ਹੋ ਤੁਸੀਂ ਫੈਮਿਲੀ ਰੀਯੂਨੀਫਿਕੇਸ਼ਨ ਅੰਡਰ ਇੱਥੇ ਅਪਲਾਈ ਕਰ ਰਹੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਮਿਲਣ ਆਉਣਾ, ਅਗਰ ਕੋਈ ਵੀ ਰੀਜ਼ਨ ਨਹੀਂ ਹੈਗਾ ਫਿਰ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਕੰਟੀਨਿਊ ਰੱਖ ਸਕਦੇ ਹੋ। ਜਿਵੇਂ ਤੁਸੀਂ ਕਿਹਾ ਐਪਲੀਕੇਸ਼ਨਸ ਕੰਟੀਨਿਊ ਰੱਖ ਸਕਦੇ ਹੋ, ਕਿ ਇਦਾਂ ਵੀ ਹੈ ਕਿ ਇੱਕ ਜਿਵੇਂ ਐਪਲੀਕੇਸ਼ਨ ਦੇ ਉੱਤੇ ਕੋਈ ਹਜੇ ਡਿਸੀਜਨ ਨਹੀਂ ਆਇਆ ਹੈਗਾ ਤਾਂ ਦੂਜੀ ਨਾਲ ਦੀ ਨਾਲ ਅਪਲਾਈ ਕੀਤੀ ਜਾ ਸਕਦੀ ਹੈ? ਨਹੀਂ, ਇੱਕ ਐਪਲੀਕੇਸ਼ਨ ਹੀ ਇਨ ਪ੍ਰੋਸੈਸ ਰੱਖੋ, ਕਿਉਂਕਿ ਅਗਰ ਤੁਸੀਂ ਦੋ ਐਪਲੀਕੇਸ਼ਨ ਪ੍ਰੋਸੈਸ ਰੱਖਦੇ ਹੋ ਤਾਂ ਪਹਿਲੀ ਨੂੰ ਵਿਡਰਾ ਕਰਨਾ ਤੁਹਾਨੂੰ ਕਰਨਾ ਚਾਹੀਦਾ, ਜਾਂ ਫਿਰ ਤੁਸੀਂ ਆਫਿਸਰ ਨੂੰ ਦੱਸੋ ਕਿ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਆ। ਸੋ ਦੋ ਐਪਲੀਕੇਸ਼ਨ ਦੇ ਉੱਪਰ ਡਿਸੀਜਨ ਨਹੀਂ ਲੈਣਗੇ, ਇੱਕ ਐਪਲੀਕੇਸ਼ਨ ਦੇ ਉੱਪਰ ਹੀ ਡਿਸੀਜਨ ਹੋਏਗਾ। ਟਰੈਵਲ ਹਿਸਟਰੀ ਕਿੰਨੀ ਕੁ ਮੈਟਰ ਕਰਦੀ ਹੈ ਵਿਜ਼ਟਰ ਵੀਜ਼ਾ ਲਈ? ਅਕਸਰ ਕਿਹਾ ਜਾਂਦਾ ਕਿ ਕਈ ਵਾਰੀ ਉੱਥੇ ਬੈਠੇ ਜਿਹੜੇ ਏਜੰਟਸ ਨੇ ਕਿਹਾ ਜਾਂਦਾ ਕਿ ਪਹਿਲਾਂ 2-4 ਕੰਟਰੀਜ਼ ਨੇੜੇ ਤੇੜੇ ਦੀਆਂ ਘੁੰਮ ਲਵੋ ਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਲਈ ਅਪਲਾਈ ਕਰਿਓ, ਕਿਉਂਕਿ ਤੁਹਾਡੀ ਕੋਈ ਟਰੈਵਲ ਹਿਸਟਰੀ ਨਹੀਂ ਹੈਗੀ। ਕੀ ਇਹ ਮੈਂਡੇਟਰੀ ਹੈ ਕਿ ਤੁਹਾਡੀ ਕੋਈ ਟਰੈਵਲ ਹਿਸਟਰੀ ਹੋਣੀ ਚਾਹੀਦੀ ਤਾਂ ਹੀ ਤੁਹਾਨੂੰ ਕੈਨੇਡਾ ਦਾ ਵੀਜ਼ਾ ਲੱਗੇਗਾ? ਨਹੀਂ, ਇਹ ਮੈਂਡੇਟਰੀ ਨਹੀਂ ਹੈਗਾ। ਦੇਖੋ ਟਰੈਵਲ ਹਿਸਟਰੀ ਲਈ ਜੇ ਤੁਸੀਂ ਗੱਲ ਕੀਤੀ ਏਜੰਟ ਕਹਿ ਰਹੇ ਨੇ, ਉਹ ਜਿਹੜੀ ਫਿਊ ਕੰਟਰੀਜ਼ ਹੈਗੀਆਂ ਨੇ ਉਹ ਵੀ ਹੁਣ ਲਿਸਟ 'ਚ ਆ ਚੁੱਕੀਆਂ ਨੇ। ਅਗਰ ਤੁਸੀਂ ਆਹ ਕੰਟਰੀਜ਼ ਵਿਜ਼ਿਟ ਕੀਤਾ ਹੋਇਆ, ਸੋ ਬੇਸਿਕਲੀ ਤੁਸੀਂ ਕੈਨੇਡਾ ਦਾ ਵੀਜ਼ਾ ਲਗਾਉਣਾ ਸੀ, ਸੋ ਤਾਂ ਤੁਹਾਡੀ ਸਾਲ ਦੀ ਵਿੱਚ ਆ ਤੁਹਾਡੀ ਕੰਟਰੀਜ਼ ਦੀ ਟਰੈਵਲ ਹੈਗੀ ਹੈ। ਸੋ ਵੀਜ਼ਾ ਆਫਿਸਰਸ ਦੇ ਆਰ ਸਮਾਰਟ ਇਨਫ, ਉਹਨਾਂ ਨੂੰ ਵੀ ਪਤਾ ਹੈਗਾ ਕਿ ਅਗਰ ਤੁਹਾਡੀ ਟਰੈਵਲ ਆ 2-3 ਕੰਟਰੀਜ਼ ਦੀ ਹੈਗੀ ਆ ਤਾਂ ਜਸਟ ਕੈਨੇਡਾ ਦਾ ਵੀਜ਼ਾ ਲੈਣ ਦੇ ਲਈ। ਸੋ ਪਰਪਸ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਜਾਂ ਫਿਰ ਤੁਹਾਡਾ ਟਰੈਵਲ ਹੋਣਾ ਜ਼ਰੂਰੀ ਨਹੀਂ ਹੈਗਾ। ਅਗਰ ਤੁਸੀਂ ਕਿਸੇ ਕੰਟਰੀ 'ਚ ਨਹੀਂ ਵੀ ਟਰੈਵਲ ਕੀਤਾ ਹੈਗਾ, ਇਟ ਡਸਨਟ ਮੀਨ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲੇਗਾ। ਸੋ ਅਦਰਵਾਈਜ਼ ਤਾਂ ਪਹਿਲਾਂ ਸਾਰਿਆਂ ਦੀ ਅਗਰ ਟਰੈਵਲ ਹਿਸਟਰੀ ਹੋਏਗੀ ਤਾਂ ਹੀ ਤੁਹਾਨੂੰ ਕੈਨੇਡਾ ਦਾ ਵੀਜ਼ਾ ਦਿੱਤਾ ਜਾਏਗਾ। ਸੋ ਇਟਸ ਨਾਟ ਮੈਂਡੇਟਰੀ। ਇੱਕ ਇਹ ਵੀ ਹੁੰਦਾ ਹੈ ਕਿ ਖਾਸ ਤੌਰ ਤੇ ਜਦੋਂ ਵੀਜ਼ਾ ਅਪਲਾਈ ਕੀਤਾ ਹੁੰਦਾ ਹੈ ਕਿ ਮੇਨ ਐਪਲੀਕੈਂਟ ਦਾ ਜ਼ਿਆਦਾ ਦੇਖਿਆ ਜਾਂਦਾ ਕਿ ਕੀ ਡਾਕੂਮੈਂਟਸ ਲਗਾ ਰਹੇ ਨੇ, ਜਾਂ ਇੱਥੋਂ ਵੀ ਕੋਈ ਸਪਾਂਸਰ ਭੇਜਦਾ ਹੈ ਕਿ ਮੈਂ ਸਪਾਂਸਰ ਕਰ ਰਿਹਾ, ਆਪਾਂ ਕਹਿ ਦਿੰਦੇ ਨਾ ਕਿਸੇ ਨੂੰ ਕਿ ਮੈਂ ਸਪਾਂਸਰ ਕਰ ਰਿਹਾ ਫਲਾਣੇ ਬੰਦੇ ਨੂੰ ਤੇ ਤੁਸੀਂ ਆ ਜਾਵੋ ਇੱਥੇ ਘੁੰਮਣ ਦੇ ਲਈ, ਸੋ ਮੇਰੇ ਸਾਰੇ ਡਾਕੂਮੈਂਟਸ ਲੱਗਣਗੇ। ਸੋ ਇਹ ਦੋਵਾਂ ਕੇਸਿਸ ਦੇ ਵਿੱਚ ਕੀ ਡਿਫਰੈਂਸ ਹੈਗਾ ਆ? ਦੇਖੋ, ਜੋ ਮੇਨ ਰਿਸਪੌਂਸਿਬਿਲਿਟੀ ਹੈਗੀ ਜਦੋਂ ਆਪਾਂ ਵਿਜ਼ਟਰ ਵੀਜ਼ਾ ਕਰ ਰਹੇ ਹਾਂ ਉਹ ਐਪਲੀਕੈਂਟ ਦੇ ਉੱਪਰ ਹੁੰਦੀ ਹੈ। ਹਾਂਜੀ, ਕਿ ਐਪਲੀਕੈਂਟ ਆਪਣੇ ਡਾਕੂਮੈਂਟੇਸ਼ਨ ਪਾਰਟ 'ਚ ਕੀ ਲਗਾ ਰਿਹਾ, ਉਹ ਕੀ ਉੱਥੇ ਕੰਮ ਕਰ ਰਹੇ ਨੇ, ਕਿੰਨੇ ਟੈਕਸਸ ਫਾਈਲ ਕਰ ਰਹੇ ਨੇ, ਉਹਦੀ ਬੈਂਕ ਸਟੇਟਮੈਂਟਸ ਕਿੰਨੀ ਸਟਰੋਂਗ ਹੈਗੀ ਆ, ਤੇ ਉਹਨਾਂ ਦੇ ਪਿੱਛੇ ਡਿਪੈਂਡੈਂਟ ਕੋਈ ਹੈਗੇ ਨੇ। ਸੋ ਉਹ ਸਾਰੀਆਂ ਚੀਜ਼ਾਂ ਮੇਨ ਹੈਗੀਆਂ ਨੇ। ਤੇ ਇੱਥੋਂ ਜਿਹੜੀ ਲੈਟਰ ਜਾਂਦੀ ਹੈ ਬੇਸਿਕਲੀ ਉਹ ਇਨਵੀਟੇਸ਼ਨ ਹੁੰਦੀ ਹੈ ਕਿ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਕਿ ਤੁਸੀਂ ਕੈਨੇਡਾ ਆ ਜਾਓ। ਬਟ ਜਿਹੜੀ ਮੇਨ ਰਿਸਪੌਂਸਿਬਿਲਿਟੀ ਦੇਖੀ ਜਾਣੀ ਆ ਉਹ ਕੱਲ ਨੂੰ ਐਪਲੀਕੈਂਟ ਦੀ ਹੀ ਦੇਖੀ ਜਾਣੀ ਆ, ਤੇ ਸਪਾਂਸਰ ਨੇ ਸਿਰਫ ਇਨਵਾਈਟਰ ਨੇ ਸਿਰਫ ਉਹਨਾਂ ਨੂੰ ਇਨਵਾਈਟ ਕਰਨਾ ਹੈ ਕਿ ਤੁਸੀਂ ਕੈਨੇਡਾ ਇੱਥੇ ਆ ਜਾਓ, ਬਟ ਡਾਕੂਮੈਂਟੇਸ਼ਨ ਵਾਈਜ਼ ਸਾਰਾ ਕੁਝ ਉਹਨਾਂ ਦਾ ਹੀ ਹੁੰਦਾ ਆ। ਜੀ, ਜਿਵੇਂ ਤੁਸੀਂ ਕਿਹਾ ਡਾਕੂਮੈਂਟੇਸ਼ਨ ਵਾਈਜ਼ ਸਾਰਾ ਕੁਝ ਉਹਨਾਂ ਦਾ ਹੁੰਦਾ ਆ। ਕਈ ਵਾਰੀ ਇੱਥੋਂ ਸੋਚਦੇ ਆ ਕਿ ਐਮਪੀ ਦੀ ਲੈਟਰ ਵਗੈਰਾ ਨਾਲ ਲਗਾ ਦਿੰਦੇ ਆ ਕਿ ਇਹਦਾ ਕੋਈ ਅਸਰ ਪਏਗਾ ਜਾਂ ਨਹੀਂ ਪਏਗਾ, ਜਾਂ ਇਸ ਨਾਲ ਕੋਈ ਸਿਫਾਰਿਸ਼ ਲੱਗਦੀ ਹੈ ਜਾਂ ਨਹੀਂ, ਕਿ ਇਹ ਚੀਜ਼ਾਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ ਕੋਈ ਵਾਕਈ ਰੋਲ ਹੁੰਦਾ ਹੈ ਜਾਂ ਨਹੀਂ ਹੁੰਦਾ? ਨਹੀਂ ਜੀ, ਐਮਪੀ ਦੀ ਲੈਟਰ ਦੇਖਿਆ ਜਾਏ ਤਾਂ ਅੱਜ ਦੀ ਡੇਟ 'ਚ ਬਹੁਤ ਕਾਮਨ ਹੋ ਗਈ ਹੈ, ਲੋਕੀ ਬਹੁਤ ਐਪਲੀਕੇਸ਼ਨਸ ਦੇ ਨਾਲ ਲਗਾਉਂਦੇ ਨੇ। ਸੋ ਬਟ ਐਮਪੀ ਦੀ ਲੈਟਰ ਦੇ ਨਾਲ ਕੋਈ ਇਸ ਚੀਜ਼ ਦਾ ਇਫੈਕਟ ਨਹੀਂ ਪੈਂਦਾ ਹੈਗਾ। ਅਗੇਨ ਜੋ ਤੁਸੀਂ ਆਪਣੇ ਡਾਕੂਮੈਂਟਸ ਪ੍ਰੋਵਾਈਡ ਕਰ ਰਹੇ ਹੋ, ਵੀਜ਼ਾ ਆਫਿਸਰ ਨੇ ਉਹਦੇ ਉੱਪਰ ਹੀ ਡਿਸੀਜਨ ਲੈਣਾ ਆ ਕਿ ਤੁਹਾਡਾ ਕਿੰਨਾ ਕੁ ਰੀਜ਼ਨ ਹੈਗਾ ਇੱਥੇ ਕੈਨੇਡਾ ਆਉਣ ਦਾ, ਤੇ ਤੁਹਾਡੇ ਇੰਟੈਂਸ਼ਨਸ ਕੀ ਹੈਗੇ ਨੇ, ਤੁਸੀਂ ਕੱਲ ਨੂੰ ਵਾਪਸ ਜਾਓਗੇ ਕਿ ਨਹੀਂ ਜਾਓਗੇ। ਸੋ ਬੇਸਿਕਲੀ ਇੱਕ ਐਮਪੀ ਦੀ ਲੈਟਰ ਨਾਲ ਉਹ ਉੱਥੇ ਉਹਨਾਂ ਨੇ ਕਨਵਿੰਸ ਨਹੀਂ ਹੋਣਾ, ਬਿਕਾਜ਼ ਐਮਪੀ ਨੇ ਤੁਹਾਨੂੰ ਇੱਕ ਲੈਟਰ ਮੈਂਸ਼ਨ ਕਰਕੇ ਦੇਤੀ ਹੈ ਕਿ ਓਕੇ ਆ ਬੰਦਾ ਆ ਰਿਹਾ, ਆ ਉਹਦਾ ਰੀਜ਼ਨ ਹੈਗਾ, ਬਟ ਇਟ ਵਿਲ ਨਾਟ ਹੈਵ ਦੈਟ ਮਚ ਵੇਟੇਜ ਜਿਹੜਾ ਕਿ ਨਾਰਮਲ ਬੰਦੇ ਦੇ ਡਾਕੂਮੈਂਟਸ ਦਾ ਹੈਗਾ। ਸੋ ਉਸ ਦਾ ਕੋਈ ਵੇਟੇਜ ਨਹੀਂ ਹੈਗੀ। ਤੇ ਇੱਕ ਗੱਲ ਇਹ ਵੀ ਹੈ ਕਿ ਕਿਹਾ ਜਾਂਦਾ ਕਿ ਅਕਸਰ ਜਿਹੜੇ ਨੌਜਵਾਨ ਨੇ, ਯੂਥ ਨੇ, ਉਹਨਾਂ ਦਾ ਵੀਜ਼ਾ ਥੋੜਾ ਜ਼ਿਆਦਾ ਰਿਫਿਊਜ਼ ਹੁੰਦਾ ਹੈ। ਕਿ ਇਹ ਵਾਕਈ ਸੱਚ ਹੈ ਕਿ ਜਿਹੜੇ ਯੂਥ ਆ ਉਹਨਾਂ ਦਾ ਵੀਜ਼ਾ ਜ਼ਿਆਦਾ ਰਿਫਿਊਜ਼ ਹੁੰਦਾ ਹੈ? ਹਾਂਜੀ, ਕਿਤੇ ਨਾ ਕਿਤੇ ਇਹ ਚੀਜ਼ ਸੱਚ ਹੈਗੀ ਆ। ਜਿਹੜੇ ਆਪਾਂ ਗੱਲ ਕਰੀਏ ਤਾਂ ਆਪਾਂ ਕਿਸੇ ਸਿਬਲਿੰਗ ਨੂੰ ਆਪਣੇ ਨਾਲ ਬੁਲਾਉਣਾ ਹੈ ਤੇ ਉਸ ਚੀਜ਼ ਦਾ ਰਿਫਿਊਜ਼ਲ ਰੇਟ ਨੋ ਡਾਊਟ ਕਾਫੀ ਹਾਈ ਚੱਲਦਾ ਹੈ, ਕਿਉਂਕਿ ਕੱਲ ਨੂੰ ਇੱਥੇ ਆ ਕੇ ਦੇਖੋ ਅਗਰ ਕਿਸੇ ਦੀ ਇੱਥੇ ਕੋਈ ਲਾਈਕ ਉਹਨਾਂ ਦੇ ਕੁਝ ਸਟੱਡੀਜ਼ ਨਹੀਂ ਹੈਗੀਆਂ, ਉਹਨਾਂ ਦੇ ਕੋਈ ਐਕਸਪੀਰੀਅੰਸ ਨਹੀਂ ਹੈਗਾ, ਠੀਕ ਹੈ, ਤਾਂ ਵੀਜ਼ਾ ਆਫਿਸਰ ਨੂੰ ਇਹ ਮਾਈਂਡ 'ਚ ਡੈਫੀਨੇਟਲੀ ਆਉਂਦਾ ਕਿ ਕੱਲ ਨੂੰ ਉਹਨਾਂ ਨੇ ਇੱਥੇ ਆ ਕੇ ਆਪਣਾ ਜਾਂ ਤਾਂ ਵੀਜ਼ਾ ਕਨਵਰਟ ਕਰ ਲੈਣਾ, ਜਾਂ ਉਹਨਾਂ ਨੇ ਵਰਕ ਪਰਮਿਟ ਲੈਣਾ, ਜਾਂ ਫਿਰ ਜਿੱਦਾਂ ਆਪਾਂ ਰਿਫਿਊਜੀ ਦੀ ਗੱਲ ਕੀਤੀ ਸੀ ਉਹਨਾਂ ਨੇ ਰਿਫਿਊਜੀ ਬੇਸਡ ਐਪਲੀਕੇਸ਼ਨ ਲਗਾ ਲੈਣੀ ਹੈ। ਸੋ ਹਾਂ, ਅਗਰ ਉਹ ਕੁਝ ਨਹੀਂ ਕਰ ਰਹੇ ਤਾਂ ਉਹਨਾਂ ਦਾ ਰਿਜੈਕਸ਼ਨ ਰੇਟ ਕਾਫੀ ਹਾਈ ਹੈਗਾ ਅੱਜ ਦੀ ਡੇਟ ਤੇ। ਤੁਸੀਂ ਰਿਫਿਊਜੀ ਦੀ ਗੱਲ ਕੀਤੀ ਹੈ ਕਿ ਇਹ ਰਿਫਿਊਜੀ ਜਿਹੜੀਆਂ ਐਪਲੀਕੇਸ਼ਨਸ ਲੱਗ ਰਹੀਆਂ ਨੇ ਇਹਨਾਂ ਦਾ ਰੀਜ਼ਨ ਹੈਗਾ, ਇਹ ਵੀ ਕਿਤੇ ਨਾ ਕਿਤੇ ਰੀਜ਼ਨ ਨੇ ਕਿ ਜਿਹੜੇ ਬਾਕੀ ਦੀਆਂ ਐਪਲੀਕੇਸ਼ਨਸ ਲੱਗ ਰਹੀਆਂ ਨੇ, ਹੋਰ ਵੀਜ਼ਾਸ ਲੱਗ ਰਹੇ ਨੇ, ਉਹਨਾਂ ਦਾ ਰਿਫਿਊਜ਼ਲ ਰੇਟ ਵਧਿਆ ਵਾ?
ਹਾਂਜੀ, ਜਿਹੜੀ ਰਿਫਿਊਜੀ ਐਪਲੀਕੇਸ਼ਨਸ ਇੱਥੇ ਆ ਕੇ ਲਗਾਉਂਦੇ ਨੇ ਐਪਲੀਕੈਂਟਸ, ਕਿਤੇ ਨਾ ਕਿਤੇ ਉਹ ਵੀ ਰੀਜ਼ਨ ਹੈਗਾ ਹੈ ਕਿ ਵਿਜ਼ਟਰ ਵੀਜ਼ਾ ਦਾ ਜਿਹੜਾ ਰਿਜੈਕਸ਼ਨ ਰੇਟ ਆ ਕਾਫੀ ਹਾਈ ਆ। ਸੋ ਜਿੱਦਾਂ ਕਿ ਆਪਾਂ ਗੱਲ ਕਰੀਏ ਕਿ ਇੰਡੀਆ ਦੇ ਵਿੱਚੋਂ ਅੱਜ ਦੀ ਡੇਟ 'ਚ ਕਾਫੀ ਜ਼ਿਆਦਾ ਰਿਫਿਊਜੀ ਦੀ ਐਪਲੀਕੇਸ਼ਨਸ ਲਗਾਈ ਜਾਂਦੇ ਨੇ, ਤਾਂ ਉਹੀ ਰੀਜ਼ਨ ਹੈਗਾ ਜਿਹਦੇ ਕਰਕੇ ਇੰਡੀਆ ਦੀ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਕਾਫੀ ਜ਼ਿਆਦਾ ਰਿਜੈਕਸ਼ਨ ਰੇਟ ਦੇਖ ਰਹੀਆਂ ਨੇ। ਸੋ ਪਹਿਲਾਂ ਪਾਕਿਸਤਾਨ ਦਾ ਆਪਾਂ ਦੇਖਦੇ ਸੀ ਕਾਫੀ ਜ਼ਿਆਦਾ ਰਿਜੈਕਸ਼ਨ ਰੇਟ ਹੁੰਦਾ ਸੀ, ਉਹਦਾ ਵੀ ਕਿਤੇ ਨਾ ਕਿਤੇ ਇਹੀ ਰੀਜ਼ਨ ਸੀ। ਸੇਮ ਹੁਣ ਇੰਡੀਆ ਦੀ ਐਪਲੀਕੇਸ਼ਨਸ ਦੇ ਐਪਲੀਕੈਂਟਸ ਦੇ ਨਾਲ ਇਹ ਚੀਜ਼ ਹੋ ਰਹੀ ਹੈ। ਜੀ ਬਿਲਕੁਲ। ਤੇ ਇਸ ਵਕਤ ਜੇ ਮੈਂ ਮੈਕਸ ਲਾਈਫ ਇਮੀਗ੍ਰੇਸ਼ਨ ਦੀ ਗੱਲ ਕਰਾਂ ਤਾਂ ਕਿਹੜੀਆਂ ਇਸ ਵਕਤ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ? ਮੈਕਸ ਲਾਈਫ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਸਪਾਊਸਲ ਓਪਨ ਵਰਕ ਪਰਮਿਟਸ, LMI ਬੇਸਡ ਵਰਕ ਪਰਮਿਟਸ, ਵਿਜ਼ਟਰ ਸੁਪਰ ਵੀਜ਼ਾ, ਸਪਾਊਸਲ ਸਪਾਂਸਰਸ਼ਿਪਸ, ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨਸ, ਐਕਸਪ੍ਰੈਸ ਐਂਟਰੀ, ਪੈਰੈਂਟਲ ਸਪਾਂਸਰਸ਼ਿਪ, ਇਹਦੇ ਨਾਲ ਦੇ ਜਿੰਨੇ ਵੀ ਇਮੀਗ੍ਰੇਸ਼ਨ ਮੈਟਰਸ ਹੈਗੇ ਨੇ ਉਹ ਸਾਰੀਆਂ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਾਉਂਦੇ ਹਾਂ। ਸੋ ਤੁਸੀਂ ਅਗਰ ਇਨਫੋਰਮੇਸ਼ਨ ਚਾਹੀਦੀ ਹੈਗੀ ਸਾਨੂੰ ਕੰਟੈਕਟ ਕਰ ਸਕਦੇ ਹੋ 6475456362 ਦੇ ਉੱਪਰ। ਬਿਲਕੁਲ ਜੀ। ਕਿਸ ਟਾਈਮ, ਕਦੋਂ ਤੇ ਕਿੱਥੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਹਾਂ, ਤੇ ਕੋਈ ਲੋਕੇਸ਼ਨ ਹੋਏਗੀ ਤੇ ਕੀ ਅਪਾਇੰਟਮੈਂਟ ਲੈ ਕੇ ਮਿਲਣਾ ਪਏਗਾ? ਸ਼ੋਰ, ਅਸੀਂ ਮੰਡੇ ਟੂ ਫਰਾਈਡੇ 10 to 6 ਆਫਿਸ 'ਚ ਅਵੇਲੇਬਲ ਹੁੰਦੇ ਹਾਂ। ਅਗਰ ਤੁਸੀਂ ਸੈਟਰਡੇ ਮਿਲਣਾ ਚਾਹੁੰਦੇ ਹੋ ਦੈਨ 11 to 2 o'clock। ਸਾਡੀ ਲੋਕੇਸ਼ਨ ਹੈਗੀ ਆ ਯੂਨਿਟ 2387025 ਟੌਮਕਨ ਰੋਡ ਮਿਸੀਸਾਗਾ ਦੇ ਉੱਪਰ, ਜਿਹਦਾ ਮੇਨ ਇੰਟਰਸੈਕਸ਼ਨ ਹੈਗਾ ਟੌਮਕਨ ਐਂਡ ਡੈਰੀ। ਸੋ ਤੁਸੀਂ ਉੱਥੇ ਸਾਨੂੰ ਮਿਲ ਸਕਦੇ ਹੋ। ਜਿੱਦਾਂ ਦੱਸਿਆ 10 to 6 ਅਸੀਂ ਆਫਿਸ 'ਚ ਅਵੇਲੇਬਲ ਹੁੰਦੇ ਹਾਂ। ਜੀ ਬਿਲਕੁਲ ਬੱਬਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹੋ ਤੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸੇਵਾਵਾਂ ਚਾਹੀਦੀਆਂ ਨੇ, ਤੁਸੀਂ ਬਬਲਦੀਪ ਜੀ ਨਾਲ ਗੱਲਬਾਤ ਕਰ ਸਕਦੇ ਹੋ, ਇਹਨਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।